जुग अटल चबर छतर तख्त दे मालक गुर शब्द अवतार बाणी के बोहित ਸਮੁੱਚੀ ਕਾਇਨਾਤ ਦੇ ਰਹਿਬਰ ਕਲਯੁਗ ਜੀਵਾਂ ਦੇ ਉਧਾਰ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਕਿ ਸਤਿਗੁਰਾਂ ਦੇ ਦਿੱਤੇ ਉਦਮ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣੇ ਜੀਵਨ ਦੀਆਂ ਕੁਝ ਘੜੀਆਂ ਕੁਝ ਸਮੇਂ ਨੂੰ ਗੁਰੂ ਲੇਖੇ ਲਾ ਕੇ ਸਫਲਾ ਤੇ ਸਕਾਰਥਾ ਬਣਾ ਰਹੇ ਹਾਂ। ਸੋ ਹੁਣ ਵੇਲਾ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦਾ ਜੋ ਕਿ ਸੰਖੇਪ ਮਾਤਰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਆਰੰਭ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਜਿਸ ਤਰ੍ਹਾਂ ਅਸੀਂ ਸ੍ਰੀ ਆਨੰਦ ਸਾਹਿਬ ਦੇ ਵਿੱਚ ਨਿਤਾ ਪ੍ਰਤੀ ਪੜ੍ਹਦੇ ਹਾਂ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ। ਭਾਵ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ, ਗੁਰੂ ਤੋਂ ਉਲਟ ਹੋ ਜਾਵੇ, ਉਹ ਫਿਰ ਭਾਵੇਂ ਜਿਤਨੀ ਸਾਰੀ ਉਮਰ ਹੀ ਇੱਧਰ ਉੱਧਰ ਫਿਰਦਾ ਰਹੇ ਪਰ ਜਿਤਨਾ ਚਿਰ ਤੱਕ ਗੁਰੂ ਦੇ ਪਾਸ ਨਹੀਂ ਆਉਂਦਾ ਉਤਨਾ ਚਿਰ ਉਸ ਦੀ ਬੰਦ ਖਲਾਸੀ ਉਹ ਮੁਕਤ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨ ਹਨ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜੇ ਗੁਰੂ ਤੋਂ ਉਲਟ ਹੋ ਜਾਂਦੇ ਹਨ, ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਉਹਨਾਂ ਦਾ ਅਤੇ ਫਿਰ ਪ੍ਰਮਾਤਮਾ ਦਾ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪੈ ਜਾਂਦਾ ਹੈ। ਸੋ ਅੱਜ ਦੇ ਪਾਵਨ ਬਚਨਾਂ ਵਿੱਚ ਸਤਿਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਹਨ ਕਿ ਉਹ ਮਨੁੱਖ ਸਭ ਨਾਲੋਂ ਭੈੜੇ ਵਿਖਣ ਵਾਲੇ ਹਨ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਹਨ, ਜਿਨ੍ਹਾਂ ਨੇ ਸਾਰੀ ਉਮਰ ਗੁਰੂ ਤੋਂ ਬਗੈਰ ਹੀ ਆਪਣਾ ਜੀਵਨ ਲੰਘਾ ਦਿੱਤਾ, ਕੇਵਲ ਘਰ ਪਰਿਵਾਰਾਂ ਖਾਣ ਪੀਣ ਵਿੱਚ ਹੀ ਲੰਘਾ ਦਿੱਤਾ। ਸਤਿਗੁਰੂ ਜੀ ਕਹਿੰਦੇ ਸਭ ਤੋਂ ਵੇਖਣ ਵਿੱਚ ਉਹ ਬੁਰੇ ਹਨ। ਆਓ ਸਤਿਗੁਰਾਂ ਦੇ ਇਹਨਾਂ ਪਾਵਨ ਬਚਨਾਂ ਨੂੰ ਮਨ ਅਤੇ ਬਿਰਤੀਆਂ ਨੂੰ ਇਕਾਗਰ ਕਰਕੇ ਕੁਝ ਸਮਾਂ ਸਤਿਗੁਰਾਂ ਦੇ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੇਵਲ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਸ ਦਾ ਪ੍ਰਕਾਸ਼ ਸਾਰਿਆਂ ਦੇ ਵਿੱਚ ਹੋ ਰਿਹਾ ਹੈ। ਇੱਕ ਓੰਕਾਰ, ਜਿਸ ਨੇ ਸਾਰਿਆਂ ਨੂੰ ਆਪਣੀ ਸ਼ਕਤੀ ਦੁਆਰਾ ਆਪਣਾ ਪ੍ਰਕਾਸ਼ ਦਿੱਤਾ ਹੈ। ਉਹ ਕੇਵਲ ਇੱਕੋ ਇੱਕ ਹੈ, ਉਹ ਹੈ ਵਾਹਿਗੁਰੂ। ਕਹਿੰਦੇ ਜੇ ਉਸ ਵਾਹਿਗੁਰੂ ਦੀ, ਉਸ ਇੱਕ ਓੰਕਾਰ ਦੀ ਪ੍ਰਾਪਤੀ ਕਰਨੀ ਹੈ, ਫਿਰ ਸਾਨੂੰ ਕੀ ਕਰਨਾ ਪਵੇਗਾ? ਸਤਿਗੁਰ ਪ੍ਰਸਾਦ। ਫਿਰ ਸਾਨੂੰ ਸਤਿਗੁਰੂ ਨਾਲ ਜੁੜਨਾ ਪਵੇਗਾ, ਗੁਰੂ ਦੇ ਨਾਲ ਜੁੜਨਾ ਪਵੇਗਾ। ਗੁਰੂ ਸਾਨੂੰ ਸਿੱਖਿਆ ਦੇਵੇਗਾ, ਜਿਸ ਸਿੱਖਿਆ ਦਾ ਸਦਕਾ ਹੀ
ਜਿਸ ਕਿਰਪਾ ਦਾ ਸਦਕਾ ਹੀ ਅਸੀਂ ਉਸ ਇੱਕ ਓੰਕਾਰ, ਉਸ ਕੇਵਲ ਇੱਕੋ ਇੱਕ ਪ੍ਰਮਾਤਮਾ, ਅਦੁੱਤੀ ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਕਿਉਂਕਿ ਸਾਡੇ ਕਹਿਣ ਦੇ ਨਾਲ, ਸਾਡੇ ਕਰਨ ਦੇ ਨਾਲ ਕੁਝ ਵੀ ਨਹੀਂ ਹੋਣਾ। ਜਦੋਂ ਕਿਰਪਾ ਹੋਣੀ ਹੈ ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਉਸ ਇੱਕ ਓੰਕਾਰ ਨੂੰ ਪਾ ਸਕਦੇ ਹਾਂ। ਸਤਿਗੁਰੂ ਜੀ ਅੱਗੇ ਪਾਵਨ ਸ਼ਬਦ ਦੀਆਂ ਪੰਕਤੀਆਂ ਆਰੰਭ ਕਰ ਰਹੇ ਹਨ। ਰਾਗ ਗੌੜੀ ਬੈਰਾਗਣ ਮਹੱਲਾ ਤੀਜਾ। ਸੋ ਰਾਗ ਗੌੜੀ ਹੈ, ਬੈਰਾਗਨ ਇਸ ਪਾਵਨ ਸ਼ਬਦ ਦੀ ਜਾਤੀ ਹੈ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਫੁਰਮਾਨ ਕਰਦੇ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੈ। ਕਹਿੰਦੇ ਐ ਅਮਰਦਾਸ ਗੁਰੂ ਜੀ, ਤੇਰੀ ਉਪਮਾ ਤਾਂ ਕੇਵਲ ਤੈਨੂੰ ਹੀ ਪਤਾ ਹੈ, ਤੇਰੀ ਉਪਮਾ ਹੋਰ ਕੋਈ ਨਹੀਂ ਕਰ ਸਕਦਾ। ਸਤਿਗੁਰੂ ਜੀ ਅੱਗੇ ਪਾਵਨ ਸ਼ਬਦ ਆਰੰਭ ਕਰ ਰਹੇ ਹਨ। ਸਤਿਗੁਰ ਤੇ ਜੋ ਮੋਹ ਫੇਰੇ, ਤੇ ਵੇ ਮੁਖ ਬੁਰੇ ਦਿਸਨ। ਸਤਿਗੁਰੂ ਜੀ ਕਹਿੰਦੇ ਸੰਸਾਰ ਵਿੱਚ ਰਹਿੰਦਿਆਂ ਉਹ ਮਨੁੱਖ ਸਭ ਨਾਲੋਂ ਭੈੜੇ ਵਿਖਣ ਵਾਲੇ ਹਨ, ਜਿਨ੍ਹਾਂ ਦਾ ਮੁਖ ਗੁਰੂ ਵੱਲ ਨਹੀਂ, ਭਾਵ ਜਿਹੜੇ ਗੁਰੂ ਅਨੁਸਾਰ ਆਪਣਾ ਜੀਵਨ ਨਹੀਂ ਜਿਉਂਦੇ। ਸਤਿਗੁਰ ਤੇ ਜੋ ਮੋਹ ਫੇਰੇ, ਕਿਉਂਕਿ ਜੇ ਸੰਸਾਰ ਵਿੱਚ ਅਸੀਂ ਉਦਾਹਰਣ ਲੈ ਲਈਏ, ਕੋਈ ਅੱਗਿਓਂ ਆਉਂਦਾ ਹੋਵੇ ਸਾਡਾ ਜਾਣ ਪਹਿਚਾਣ ਵਾਲਾ, ਅਸੀਂ ਉਸ ਨੂੰ ਵੇਖ ਕੇ ਮੂੰਹ ਪਾਸੇ ਕਰ ਲਈਏ, ਉਸ ਵੱਲ ਪਿੱਠ ਕਰ ਲਈਏ, ਉਸ ਨੂੰ ਮਾੜਾ ਲੱਗੇਗਾ ਕਿ ਇਸ ਨੇ ਮੈਨੂੰ ਵੇਖ ਕੇ ਮੇਰੇ ਵੱਲ ਪਿੱਠ ਕਰ ਲਈ, ਮੈਨੂੰ ਬੁਲਾਇਆ ਨਹੀਂ। ਇਸੇ ਕਰਕੇ ਸਤਿਗੁਰੂ ਜੀ ਵੀ ਕਹਿੰਦੇ ਹਨ, ਸਤਿਗੁਰ ਤੇ ਜੋ ਮੋਹ ਫੇਰੇ। ਕਹਿੰਦੇ ਜਿਹੜਾ ਜੀਵਨ ਵਿੱਚ ਜਿਉਂਦਿਆਂ, ਸੰਸਾਰ ਵਿੱਚ ਰਹਿੰਦਿਆਂ ਮਨੁੱਖ ਗੁਰੂ ਵਾਲਾ ਨਹੀਂ ਬਣਿਆ, ਗੁਰੂ ਦੇ ਅਨੁਸਾਰ ਜੀਵਨ ਨਹੀਂ ਜੀਵਿਆ, ਜਿਨੇ ਆਪਣਾ ਕੇਵਲ ਮੁੱਖ ਸੰਸਾਰਿਕ ਕਾਰਜਾਂ ਵੱਲ ਰੱਖਿਆ, ਗੁਰੂ ਵੱਲ ਪਿੱਠ ਕਰ ਲਈ। ਸਤਿਗੁਰੂ ਜੀ ਕਹਿੰਦੇ ਤੇ ਵੇ ਮੁਖ ਬੁਰੇ ਦਿਸਨ। ਕਹਿੰਦੇ ਉਹ ਮੈਨੂੰ ਬੇਮੁਖ ਲੱਗਦੇ ਹਨ ਤੇ ਵੇਖਣ ਵਿੱਚ ਵੀ ਸਾਰਿਆਂ ਨਾਲੋਂ ਭੈੜੇ ਹਨ, ਸਾਰਿਆਂ ਨਾਲੋਂ ਬੁਰੇ ਹਨ। ਕਿਉਂਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਵਾਲੇ ਨਹੀਂ ਬਣੇ, ਕੇਵਲ ਸੰਸਾਰ ਦੇ ਮੋਹ ਮਾਇਆ, ਸੰਸਾਰ ਦੇ ਕਾਰਜਾਂ ਵਿੱਚ ਹੀ ਰੁੱਝ ਕੇ ਆਪਣਾ ਜੀਵਨ ਗਵਾ ਦਿੱਤਾ। ਪਰ ਜੋ ਅਸਲੀ ਮਨੋਰਥ ਸੀ ਕਿ ਗੁਰੂ ਵਾਲਾ ਬਣ ਕੇ ਫਿਰ ਘਰ ਪਰਿਵਾਰ ਵਿੱਚ ਰਹਿ ਕੇ ਸੰਸਾਰਿਕ ਕਾਰਜ ਕਰਨੇ ਸਨ, ਉਹ ਨਹੀਂ ਕੀਤੇ। ਪਰ ਸਤਿਗੁਰੂ ਜੀ ਕਹਿੰਦੇ ਫਿਰ ਉਹ ਸਾਰਿਆਂ ਨਾਲੋਂ ਬੁਰੇ ਹਨ, ਭੈੜੇ ਦਿਖਣ ਵਾਲੇ ਹਨ। ਅਨ ਦਿਨ ਬੱਧੇ ਮਾਰੀਅਨ, ਫਿਰ ਵੇਲਾ ਨਾਲ ਹਨ। ਕਿਉਂਕਿ ਹੁਣ ਇਹ ਜਿਹੜੀ ਸਾਨੂੰ ਪੰਜ ਤੱਤਾਂ ਦੀ ਦੇਹੀ ਮਿਲੀ ਹੈ, ਕਹਿੰਦੇ ਇਹ ਵੇਲਾ ਹੈ ਕਿ ਅਸੀਂ ਇੱਥੇ ਰਹਿ ਕੇ, ਲੋਕ ਵਿੱਚ ਰਹਿ ਕੇ ਪਰਲੋਕ ਨੂੰ ਸਵਾਰਨਾ ਹੈ। ਇਹਾਂ ਖਾੜ ਚਲੋ ਹਰ ਲਾਹਾ। ਅਸੀਂ ਇੱਥੇ ਕੁਝ ਨਾ ਕੁਝ ਵਾਹਿਗੁਰੂ ਦਾ ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਲਾਹਾ ਖੱਟ ਕੇ ਜਾਣਾ ਹੈ। ਪਰ ਸਤਿਗੁਰੂ ਜੀ ਕਹਿੰਦੇ ਮਨੁੱਖ ਸਮਝਦਾ ਨਹੀਂ। ਅਨ ਦਿਨ ਬੱਧੇ ਮਾਰੀਅਨ, ਉਹ ਕਹਿੰਦੇ ਰਾਤ ਦਿਨ ਮੋਹ ਦੇ ਉਸ ਜਾਲ ਦੇ ਵਿੱਚ ਬੰਨਿਆ ਹੋਇਆ ਚੋਟਾਂ ਖਾਂਦਾ ਹੈ। ਫਿਰ ਵੇਲਾ ਨਾ ਲਹਨ, ਕਹਿੰਦੇ ਇਸ ਨੂੰ ਇਹ ਨਹੀਂ ਪਤਾ ਕਿ ਹੁਣ ਵੇਲਾ ਹੈ ਤੇਰੇ ਪਾਸ, ਤੂੰ ਨਾਮ ਵੀ ਜਪ ਸਕਦਾ ਹੈ, ਤੂੰ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦਾ ਹੈ, ਗੁਰੂ ਵਾਲਾ ਵੀ ਬਣ ਸਕਦਾ ਹੈ। ਪਰ ਕਈ ਵਾਰ ਅਸੀਂ ਸੋਚ ਲੈਂਦੇ ਹਾਂ ਕਿ ਚਲੋ ਹਜੇ ਤਾਂ ਬੁਢੇਪਾ ਪਿਆ ਹੈ, ਬੁਢੇਪੇ ਵਿੱਚ ਨਾਮ ਜਪ ਲਵਾਂਗੇ, ਹਜੇ ਤਾਂ ਸਾਰੀ ਉਮਰ ਪਈ ਹੈ,
ਪਰ ਸਤਿਗੁਰੂ ਜੀ ਕੀ ਕਹਿੰਦੇ ਹਨ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ। ਉਹ ਕਹਿੰਦੇ ਜਿਸ ਨੇ ਜਵਾਨੀ ਵੇਲੇ ਨਹੀਂ ਉਸ ਨੂੰ ਚੇਤੇ ਕੀਤਾ, ਕਿ ਉਸ ਦਾ ਪਤਾ ਹੈ ਕਿ ਉਹ ਬੁਢੇਪੇ ਵੇਲੇ ਉਸ ਨੂੰ ਚੇਤੇ ਕਰੇਗਾ। ਕਿਉਂਕਿ ਇਹ ਤਾਂ ਜੀਵਨ ਵਿੱਚ ਸ਼ੁਰੂ ਤੋਂ ਹੀ ਆਦਤਾਂ ਪਾਉਣੀਆਂ ਪੈਂਦੀਆਂ ਹਨ। ਗੁਰੂ ਨਾਲ ਜੁੜਨਾ, ਗੁਰੂ ਘਰ ਨਾਲ ਪ੍ਰੇਮ ਕਰਨਾ, ਸੇਵਾ ਸਿਮਰਨ ਕਰਨੀ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ, ਇਹ ਮਾਤਾ ਪਿਤਾ ਦਾ ਫਰਜ਼ ਹੈ। ਕਿਉਂਕਿ ਹੁਣ ਵੇਲਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜੇ ਨਹੀਂ ਤਾਂ ਫਿਰ ਰਾਤ ਦਿਨ ਬੰਦਾ ਕੇਵਲ ਇਸ ਮੋਹ ਦੀਆਂ ਚੋਟਾਂ ਹੀ ਖਾਉਂਦਾ ਹੈ, ਅਤੇ ਜਿਹੜਾ ਚੰਗਾ ਵੇਲਾ ਹੈ, ਗੁਰੂ ਗੁਰੂ ਕਰਨ ਵਾਲਾ ਵੇਲਾ ਹੈ, ਉਹ ਜੀਵਨ ਦੇ ਵਿੱਚੋਂ ਲੰਘਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਤੈਨੂੰ ਗੱਲ ਸਮਝਾਉਂਦੇ ਹਾਂ, ਕਰਨਾ ਕੀ ਹੈ। ਹਰ ਹਰ ਰਾਖੋ ਕਿਰਪਾ ਧਾਰ। ਕਹਿੰਦੇ ਉਹ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਉਸ ਵਾਹਿਗੁਰੂ ਨੂੰ ਜਪਨਾ ਕਰ। ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ। ਕਹਿੰਦੇ ਫਿਰ ਜਿੱਥੇ ਵੀ ਗੁਰੂ ਦੀ ਸੰਗਤ ਹੁੰਦੀ ਹੈ, ਉਸ ਸੰਗਤ ਵਿੱਚ ਜਾ ਕੇ ਸੰਗਤ ਦੇ ਵਿੱਚ ਮਿਲਣਾ ਕਰ, ਬੈਠਣਾ ਕਰ, ਗੁਰੂ ਦੀ ਗੱਲ ਨੂੰ ਸੁਣਨਾ ਕਰ, ਤੇ ਹਿਰਦੇ ਦੇ ਵਿੱਚ ਵਾਹਿਗੁਰੂ ਨੂੰ ਵਸਾਉਣਾ ਕਰ। ਹਰ ਗੁਣ ਸਾਰ, ਉਹ ਜਿਹੜਾ ਸਾਰਿਆਂ ਨੂੰ ਸ੍ਰੇਸ਼ਟ ਹੈ, ਉਸ ਨੂੰ ਸੰਭਾਲਣਾ ਕਰ। ਤੇ ਉਸ ਦੀ ਪ੍ਰਾਪਤੀ ਕਿੱਥੇ ਹੈ? ਕੇਵਲ ਸਤ ਸੰਗਤ ਦੇ ਵਿੱਚ। ਜਿਸ ਤਰ੍ਹਾਂ ਅਸੀਂ ਹੁਣ ਬੈਠ ਕੇ ਗੁਰੂ ਦੀ ਸੰਗਤ ਕਰ ਰਹੇ ਹਾਂ, ਉਹ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕੋਈ ਕਿਤੇ ਦੂਰ ਨਹੀਂ, ਪ੍ਰਮਾਤਮਾ ਗੁਰੂ ਦੀ ਸੰਗਤ ਦੇ ਵਿੱਚ ਵਸਦਾ ਹੈ। ਕਹਿੰਦੇ ਉਸ ਸਤ ਸੰਗਤ ਦੇ ਵਿੱਚ ਜਾ ਕੇ ਤੂੰ ਉਸ ਗੁਰੂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦੀ ਭਾਲ ਕਰ। ਰਹਾਉ ਸੇ ਭਗਤ ਹਰ ਭਾਵੰਦੇ, ਜੋ ਗੁਰਮੁਖ ਭਾਏ ਚੱਲਨ। ਕਹਿੰਦੇ ਸਤਿਗੁਰੂ ਨੂੰ, ਕਹਿੰਦੇ ਉਸ ਵਾਹਿਗੁਰੂ ਨੂੰ ਕਿਹੜਾ ਚੰਗਾ ਲੱਗਦਾ ਹੈ? ਕਹਿੰਦੇ ਉਹ ਭਗਤ, ਉਹ ਗੁਰਮੁਖ ਚੰਗੇ ਲੱਗਦੇ ਹਨ, ਜੋ ਗੁਰਮੁਖ ਭਾਏ ਚੱਲਨ, ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਹਨ। ਸੇ ਭਗਤ ਹਰ ਭਾਵੰਦੇ, ਕਹਿੰਦੇ ਉਸ ਵਾਹਿਗੁਰੂ ਨੂੰ ਉਹੀ ਭਾਵਦੇ ਹਨ, ਉਹੀ ਚੰਗੇ ਲੱਗਦੇ ਹਨ, ਜੋ ਗੁਰਮੁਖ ਭਾਏ ਚੱਲਨ, ਜਿਹੜੇ ਗੁਰੂ ਵਾਲੇ ਬਣ ਕੇ ਪ੍ਰੇਮ ਦੇ ਵਿੱਚ ਭਿੱਜ ਕੇ ਗੁਰੂ ਅਨੁਸਾਰ ਆਪਣੇ ਜੀਵਨ ਨੂੰ ਜਿਉਂਦੇ ਹਨ। ਆਪ ਛੋੜ ਸੇਵਾ ਕਰਨ ਜੀਵਤ ਮੁਏ ਰਹਨ। ਫਿਰ ਕਹਿੰਦੇ ਜਿਹੜੇ ਸੇਵਾ ਕਰਨ ਵਾਲੇ ਹਨ, ਉਹ ਪਹਿਲਾਂ ਆਪਾ ਆਪ ਛੱਡ ਕੇ ਸੇਵਾ ਕਰਨ। ਕਿਉਂਕਿ ਗੁਰੂ ਦੀ ਸੇਵਾ ਅਸੀਂ ਸਾਰੇ ਹੀ ਕਰਦੇ ਹਾਂ, ਪਰ ਕਿਤੇ ਨਾ ਕਿਤੇ ਸਾਡੇ ਵਿੱਚ ਹੰਕਾਰ, ਸਾਡੇ ਵਿੱਚ ਹਉਮੈ, ਅਭਿਮਾਨ ਆ ਜਾਂਦਾ ਹੈ ਕਿ ਸ਼ਾਇਦ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ। ਮੈਂ ਸਭ ਤੋਂ ਪਹਿਲਾਂ ਗੁਰੂ ਘਰ ਆ ਜਾਂਦਾ ਹਾਂ, ਮੈਂ ਆ ਕੇ ਸੇਵਾ ਕਰਦਾ ਹਾਂ। ਕਈ ਵਾਰ ਸਾਡੇ ਮਨ ਦੇ ਵਿੱਚ ਇਹੋ ਜਿਹੇ ਖਿਆਲ ਆ ਜਾਂਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਆਪ ਛੋੜ ਸੇਵਾ ਕਰਨ। ਉਹ ਕਹਿੰਦੇ ਜੇ ਤੂੰ ਸੇਵਾ ਕਰਨੀ ਹੈ, ਪਹਿਲਾਂ ਆਪਾ ਆਪ ਜਨਾਉਣਾ ਛੱਡ, ਆਪਣੇ ਹੰਕਾਰ ਨੂੰ ਛੱਡ, ਆਪਣੇ ਮਨ ਦੇ ਅਭਿਮਾਨ ਨੂੰ ਛੱਡ ਕਿ ਸ਼ਾਇਦ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ। ਆਪ ਛੋੜ ਸੇਵਾ ਕਰਨ, ਕਹਿੰਦੇ ਆਪਣਾ ਆਪ ਛੱਡ ਕੇ ਗੁਰੂ ਨੂੰ ਸਮਰਪਣ ਕਰਕੇ ਸੇਵਾ ਕਰਨ। ਸੇਵਾ ਕਰ ਤੇ ਕਹਿਣਾ ਕੀ ਹੈ? ਜੀਵਤ ਮੋਏ ਰਹਨ, ਕਿ ਭਾਵ ਜਿਉਂਦਿਆਂ ਜੀ ਗੁਰੂ ਦੇ ਕੋਲ ਮਰ ਜਾ। ਭਾਵ ਆਪਣੀ ਮੈਂ ਨੂੰ ਮਾਰ ਦੇ, ਆਪਣੇ ਵੱਡੇਪਨ ਨੂੰ ਮਾਰ ਦੇ, ਆਪਣੇ ਹੰਕਾਰ ਨੂੰ ਮਾਰ ਕੇ ਜਿਸ ਤਰ੍ਹਾਂ ਕੋਈ ਮੁਰਦਾ ਹੁੰਦਾ ਹੈ, ਕਹਿੰਦੇ ਇਸੇ ਤਰ੍ਹਾਂ ਦਾ ਜੀਵਨ ਬਣਾਉਣਾ ਕਰ। ਆਪ ਛੋੜ ਸੇਵਾ ਕਰਨ, ਇਹ ਨਹੀਂ ਕਿ ਸੇਵਾ ਕਰਕੇ ਲੋਕਾਂ ਦੇ ਵਿੱਚ ਦੱਸਣਾ ਹੈ ਮੈਂ ਜੀ ਇਤਨੀ ਸੇਵਾ ਕਰਦਾ ਹਾਂ, ਮੈਂ ਇਤਨਾ ਦਾਨ ਪੁੰਨ ਕਰਦਾ ਹਾਂ, ਮੇਰੀ ਜਿਤਨੀ ਸੇਵਾ ਕੌਣ ਕਰ ਲਵੇਗਾ। ਕਹਿੰਦੇ ਇਹ ਗੱਲ ਨਹੀਂ ਕਰਨੀ।
ਸੇਵਾ ਕਰਕੇ ਆਪਣਾ ਆਪ ਜਨਾਉਣਾ ਨਹੀਂ, ਨਿਸ਼ਕਾਮ ਹੋ ਕੇ ਸੇਵਾ ਕਰਨੀ ਹੈ। ਕਿਸੇ ਕਾਮਨਾ ਨੂੰ ਰੱਖ ਕੇ ਸੇਵਾ ਨਹੀਂ ਕਰਨੀ, ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਜਿਹੜੇ ਵੀ ਸੇਵਾ ਕਰਨ ਵਾਲੇ ਹਨ, ਕੋਈ ਨਾ ਕੋਈ ਭਾਵਨਾ, ਕੋਈ ਨਾ ਕੋਈ ਗੱਲ ਪਹਿਲਾਂ ਗੁਰੂ ਅੱਗੇ ਰੱਖਦੇ ਹਨ ਕਿ ਜੇ ਸੇਵਾ ਮੈਂ ਤਾਂ ਕਰਾਂਗਾ ਜੇ ਤੂੰ ਮੇਰੀ ਇਹ ਗੱਲ ਪੂਰੀ ਕਰੇਗਾ। ਉਹ ਹੋ ਗਿਆ ਸੌਦਾ। ਅਸੀਂ ਸੌਦਾਬਾਜ਼ੀ ਨਹੀਂ ਕਰਨੀ ਗੁਰੂ ਦੇ ਨਾਲ, ਅਸੀਂ ਭਾਵਨਾ ਕਰਕੇ ਸੇਵਾ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਆਪ ਛੋੜ ਸੇਵਾ ਕਰਨ, ਉਹ ਆਪਣਾ ਆਪ ਛੱਡ ਕੇ ਗੁਰੂ ਦੀ ਸੇਵਾ ਕਰ, ਤੈਨੂੰ ਸਾਰੀਆਂ ਦਾਤਾਂ ਹੀ ਮਿਲ ਜਾਣਗੀਆਂ। ਪਰ ਜੇ ਅਸੀਂ ਕੇਵਲ ਇੱਕੋ ਦਾਤ ਕਰਕੇ, ਕੋਈ ਮਨ ਦੀ ਭਾਵਨਾ ਕਰਕੇ ਸੇਵਾ ਕਰਾਂਗੇ, ਦਾਤ ਤਾਂ ਪ੍ਰਾਪਤ ਹੋ ਜਾਵੇਗੀ, ਪਰ ਉਹ ਇੱਕ ਸੌਦਾਬਾਜ਼ੀ ਹੋ ਜਾਵੇਗੀ ਕਿ ਸੇਵਾ ਮੈਂ ਤਾਂ ਕਰਾਂਗਾ ਜੇ ਤੂੰ ਮੈਨੂੰ ਇਹ ਵਸਤੂ ਦੇਵੇਂਗਾ। ਪਰ ਸਤਿਗੁਰੂ ਜੀ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਉਹ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਕਿ ਜੋ ਕੁਝ ਦੇਣਾ ਹੈ ਗੁਰੂ ਨੇ ਦੇ ਹੀ ਦੇਣਾ ਹੈ, ਮੈਨੂੰ ਕੋਈ ਅੰਦਰ ਚਿੱਤ ਚੇਤੇ ਨਹੀਂ ਕਿ ਮੈਂ ਇਹ ਭਾਵਨਾ ਕਰਕੇ ਸੇਵਾ ਕਰ ਰਿਹਾ ਹਾਂ, ਕਹਿੰਦੇ ਫਿਰ ਪ੍ਰਮਾਤਮਾ ਆਪ ਆ ਕੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ। ਕਿਉਂਕਿ ਸਾਡਾ ਮਾਲਕ ਕੇਵਲ ਇੱਕੋ ਇੱਕ ਵਾਹਿਗੁਰੂ ਹੈ, ਜਿਸ ਦਾ ਪਿੰਡ ਪ੍ਰਾਣ ਹੈ। ਪਿੰਡ ਨਾਮ ਹੈ ਸਰੀਰ ਦਾ, ਪ੍ਰਾਣ ਨਾਮ ਹੈ ਪ੍ਰਾਣਾਂ ਦਾ, ਸਵਾਸਾਂ ਦਾ। ਤਿਸ ਕੀ ਸਿਰਕਾਰ, ਤੇ ਸਾਡੇ ਸਿਰ ਦੇ ਉੱਤੇ ਕਾਰ ਕਿਸ ਦੀ ਹੈ? ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ। ਕਹਿੰਦੇ ਜੇ ਤੈਨੂੰ ਇਤਨੀ ਗੱਲ ਦਾ ਪਤਾ ਹੈ ਕਿ ਤੈਨੂੰ ਉਸ ਵਾਹਿਗੁਰੂ ਨੇ ਤੈਨੂੰ ਸਰੀਰ ਦਿੱਤਾ, ਸਰੀਰ ਦੇ ਵਿੱਚ ਸਵਾਸ ਦਿੱਤੇ, ਫਿਰ ਤੇਰਾ ਉਹ ਮਾਲਕ ਹੈ, ਫਿਰ ਕਹਿੰਦੇ ਕਿਉਂ ਉਸ ਨੂੰ ਵਿਸਾਰਦਾ ਹੈ? ਉਹ ਕਿਉਂ ਮਨੋਂ ਵਿਸਾਰੀਐ, ਹਰ ਰੱਖੀਐ ਹਿਰਦੈ ਧਾਰ। ਕਹਿੰਦੇ ਐ ਮਨੁੱਖ, ਉਹ ਜਿਸ ਨੇ ਤੈਨੂੰ ਇਤਨਾ ਸੋਹਣਾ ਸੁੰਦਰ ਸਰੀਰ ਦਿੱਤਾ, ਸਵਾਸ ਦਿੱਤੇ 24,000 ਤੈਨੂੰ ਰੋਜ਼ ਸਵਾਸ ਦਿੰਦਾ ਹੈ, ਉਹ ਸਵਾਸਾਂ ਨੂੰ ਖਰਾਬ ਨਾ ਕਰ। ਉਹ ਤੇਰਾ ਮਾਲਕ ਹੈ, ਉਸ ਮਾਲਕ ਨੂੰ ਜਪਣਾ ਕਰ, ਆਪਣੇ ਹਿਰਦੇ ਦੇ ਵਿੱਚ ਸਾਂਭਣਾ ਕਰ। ਉਹ ਕਿਉਂ ਮਨੋਂ ਵਿਸਾਰੀ ਹੈ? ਕਿਉਂਕਿ ਅਸੀਂ ਵਾਹਿਗੁਰੂ ਨੂੰ ਭੁੱਲ ਕੇ ਹੋਰ ਸਾਰਾ ਕੁਝ ਚੇਤੇ ਰਹਿ ਜਾਂਦਾ ਹੈ, ਪਰ ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਭੁੱਲ ਜਾਂਦਾ ਹੈ। ਪਰ ਕਹਿੰਦੇ ਭੁੱਲ ਨਾ, ਹਰ ਰੱਖੀਐ ਹਿਰਦੈ ਧਾਰ। ਕਹਿੰਦੇ ਉਸ ਨੂੰ ਚੇਤੇ ਕਰ, ਉਸ ਨੂੰ ਹਿਰਦੇ ਵਿੱਚ ਵਸਾਉਣਾ ਕਰ। ਨਾਮ ਮਿਲਿਐ ਪਤ ਪਾਈਐ, ਨਾਮ ਮੰਨਿਐ ਸੁਖ ਹੋਏ। ਕਿਉਂਕਿ ਵਾਹਿਗੁਰੂ ਦਾ ਨਾਮ ਮਿਲਣ ਦੇ ਨਾਲ ਸੰਸਾਰ ਵਿੱਚ ਰਹਿੰਦਿਆਂ ਸਾਨੂੰ ਮਾਨ ਇੱਜ਼ਤ ਪ੍ਰਾਪਤ ਹੁੰਦੀ ਹੈ, ਤੇ ਨਾਮ ਮੰਨਿਐ ਸੁਖ ਹੋਏ। ਨਾਮ ਦੇ ਵਿੱਚ ਮਨ ਮੰਨਣ ਦੇ ਨਾਲ ਸਾਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਨਾਮ ਤੈਨੂੰ ਮਿਲੇਗਾ ਕਿੱਥੇ? ਸਤਿਗੁਰ ਤੇ ਨਾਮ ਪਾਈਐ। ਉਹ ਕਹਿੰਦੇ ਨਾਮ ਦੀ ਪ੍ਰਾਪਤੀ ਤੈਨੂੰ ਸਤਿਗੁਰੂ ਦੇ ਪਾਸੋਂ ਹੋਵੇਗੀ। ਸਾਡਾ ਸਤਿਗੁਰੂ ਕੌਣ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਸੀਂ ਇਹਨਾਂ ਤੋਂ ਨਾਮ ਦੀ ਪ੍ਰਾਪਤੀ ਕਰਨੀ ਹੈ। ਕਰਮ ਮਿਲੈ ਪ੍ਰਭ ਸੋਏ। ਕਹਿੰਦੇ ਜਦੋਂ ਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਉਦੋਂ ਉਸ ਪ੍ਰਮਾਤਮਾ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਤੇ ਨਾਮ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਪਰ ਪਹਿਲਾਂ ਸਾਨੂੰ ਸਤਿਗੁਰੂ ਦੇ ਨਾਲ ਜੁੜਨਾ ਪਵੇਗਾ, ਗੁਰੂ ਵਾਲਾ ਬਣਨਾ ਪਵੇਗਾ, ਗੁਰੂ ਦੇ ਦੱਸੇ ਮਾਰਗ ਅਨੁਸਾਰ ਜੀਵਨ ਜੀਵਨਾ ਪਵੇਗਾ। ਫਿਰ ਅਸੀਂ ਸਤਿਗੁਰੂ ਨੂੰ ਚੰਗੇ ਲੱਗਣ ਲੱਗ ਜਾਵਾਂਗੇ। ਨਹੀਂ ਤਾਂ ਅਸੀਂ ਪਹਿਲੀਆਂ ਪੰਕਤੀਆਂ ਵਿੱਚ ਪੜ੍ਹਿਆ ਹੈ ਕਿ ਸਤਿਗੁਰੂ ਤੇ ਜੋ ਮੋਹ ਫੇਰੇ ਤੇ ਵੇ ਮੁਖ ਬੁਰੇ ਦੇ ਸਨ। ਉਹ ਜਿਹੜੇ ਪਿੱਠ ਕਰ ਲੈਂਦੇ ਹਨ ਗੁਰੂ ਵੱਲ, ਉਹ ਫਿਰ ਕਹਿੰਦੇ ਕਿਸੇ ਨੂੰ ਚੰਗੇ ਨਹੀਂ ਲੱਗਦੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਸੰਖੇਪ ਜੀ ਵਿਚਾਰ ਸਾਡਿਆਂ ਹਿਰਦਿਆਂ ਵਿੱਚ ਵਸ ਜਾਵੇ। ਹੋਈ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ।
ਚਬਰ ਛਤਰ ਤਖਤ ਦੇ ਮਾਲਕ